ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਅਸੀਂ ਆਪਣੇ ਮਨੋਬਲ ਨੂੰ ਮਜ਼ਬੂਤ ਕਰ ਸਕਨੇ ਹਾਂ ਤੇ ਜੇਕਰ ਮਨੋਬਲ ਮਜ਼ਬੂਤ ਹੋਏਗਾ ਤਾਂ ਅਸੀਂ ਬਹੁਤ ਸਾਰੀ ਬਿਮਾਰੀਆਂ ਨਾਲ ਜੂਝ ਸਕਨੇ ਹਾਂ। ਆਓ ਇਸ ਦੇ ਬਾਰੇ ਹੁਣ ਜਾਣਕਾਰੀ ਲੈਣੇ ਹਾਂ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਡਾਕਟਰ ਕਾਲਾ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ ਡਿਪਰੈਸ਼ਨ ਜਿਹੜੀ ਹੈ ਇਹ ਕਿਉਂ ਹੁੰਦੀ ਹੈ, ਇਸ ਦੇ ਕੀ ਕਾਰਨ ਹਨ, ਕੀ ਸਿੰਪਟਮਸ ਨੇ, ਪਰ ਕਿਸ ਤਰੀਕੇ ਨਾਲ ਅਸੀਂ ਆਪਣੇ ਜੀਵਨ ਵਿੱਚ ਸਪਿਰਿਚੁਅਲਿਟੀ ਨੂੰ ਲਿਆ ਕੇ ਇਸ ਤੋਂ ਬਚ ਸਕਨੇ ਹਾਂ। ਜੀ ਡਾਕਟਰ ਸਾਹਿਬ। ਹਰਪ੍ਰੀਤ ਸਿੰਘ ਜੀ ਦਾ ਮੈਂ ਹੁਣ ਪਹਿਲਾਂ ਵੀ ਦੱਸਿਆ ਕਿ ਸਾਡੀਆਂ ਜਿਹੜੀਆਂ ਆਸਾਂ ਨੇ ਉਹ ਜ਼ਰੂਰਤ ਤੋਂ ਜ਼ਿਆਦਾ ਹੁੰਦੀਆਂ ਨੇ। ਠੀਕ। ਵੀ ਅਸੀਂ ਆਏ ਕੈਨੇਡਾ ਆਏ ਹਾਂ ਇੰਡੀਆ ਤੋਂ, ਆਸ ਸੀਗੀ ਕਿ ਇੱਥੇ ਕਿ ਬਹੁਤ ਪੈਸੇ ਕਮਾਵਾਂਗੇ, ਜ਼ਿੰਦਗੀ ਬੜੀ ਅੱਛੀ ਗੁਜ਼ਰੇਗੀ। ਆਸ ਕਰਨੀ ਕੋਈ ਗਲਤ ਗੱਲ ਨਹੀਂ ਹੈ, ਰਾਈਟ। ਪਰ ਜਦੋਂ ਉਹ ਆਸ ਜਿਹੜੀ ਆ ਉਹ ਲਾਲਸਾ 'ਚ ਬਦਲ ਜਾਵੇ ਜੀ, ਐਕਸਪੈਕਟੇਸ਼ਨ ਦੇ ਵਿੱਚ ਬਦਲ ਜਾਵੇ ਕਿ ਮੈਂ ਐਕਸਪੈਕਟ ਕੀਤਾ ਸੀਗਾ ਇਹ, ਉਹ ਐਕਸਪੈਕਟੇਸ਼ਨ ਪੂਰੀ ਨਹੀਂ ਹੋਈ, ਠੀਕ, ਉਸ ਲਈ ਫਿਰ ਦਿਲੋਂ ਸੱਟ ਵੱਜਦੀ ਹੈ। ਰਾਈਟ। ਗੁਰਬਾਣੀ ਕਹਿੰਦੀ ਹੈ ਕਿ ਨਰ ਚਾਹਤ ਕੁਛ ਔਰ ਔਰੇ ਕੀ ਔਰੇ ਪਹੀ ਚਿਤ ਵਤਰਿਓ ਠਗੌਰ ਨਾਨਕ ਫਾਸੀ ਗਲ ਪਰੀ। ਚਾਹਤ ਸੀਗੀ ਕਿ ਇੱਥੇ ਆ ਕੇ ਬੜਾ ਅੱਛਾ ਹੋਏਗਾ, ਉਹ ਹੋਇਆ ਨਹੀਂ। ਨਰ ਚਾਹਤ ਕੁਛ ਔਰ, ਦਿਲ ਨੂੰ ਸੱਟ ਵੱਜੀ ਜੀ, ਡਿਪਰੈਸ਼ਨ ਹੋ ਗਿਆ। ਜੇ ਅਸੀਂ ਇਸ ਚੀਜ਼ ਨੂੰ ਸੋਚੀਏ ਕਿ ਜੋ ਕੁਝ ਵੀ ਚੱਲ ਰਿਹਾ ਹੈ ਉਹ ਰੱਬ ਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ। ਜੀ। ਹੁਣ ਹੁਕਮ ਰੱਬ ਦਾ ਕੀ ਹੈ? ਰੱਬ ਦਾ ਹੁਕਮ ਹੈ ਕਿ ਦਿਨ ਆਇਆ ਹੈ, ਰਾਤ ਆਈ ਹੈ, ਜੀ, ਦੁੱਖ ਆਇਆ ਹੈ ਤੇ ਸੁੱਖ ਵੀ ਆਇਆ ਹੈ। ਠੀਕ। ਗੁਰਬਾਣੀ ਕਹਿੰਦੀ ਕਿ ਰੱਬ ਦਾ ਨਾਮ ਲਵੋ ਸਭ ਠੀਕ ਹੋ ਜਾਏਗਾ। ਰੱਬ ਦਾ ਨਾਮ ਕੀ ਹੈ? ਰੱਬ ਦਾ ਨਾਮ ਹੈ ਕਿ ਇਹ ਮਾਰਗ ਸੰਸਾਰ में नानक थिर नहीं कोई। ठीक। ਇਹ ਇੱਕ ਮਾਰਗ ਹੈ, ਇਸ ਮਾਰਗ ਦੇ ਉੱਪਰ ਚੱਲਣਾ ਹੈ, ਇਸ ਮਾਰਗ ਉੱਪਰ ਚੱਲਣ ਦਾ ਇੱਕ ਢੰਗ ਹੈ। ਜੀ। ਪੂਰੀ ਗੁਰਬਾਣੀ ਦੇ ਵਿੱਚ ਇਸ ਵਿੱਚ ਚੱਲਣ ਦੇ ਢੰਗ ਨੂੰ ਦੱਸਿਆ ਗਿਆ ਹੈ। ਠੀਕ। ਜੇ ਅਸੀਂ ਉਸ ਢੰਗ ਦੇ ਨਾਲ ਚੱਲਾਂਗੇ, ਮੈਂ ਹੁਣ ਇੱਥੇ ਆਇਆ ਵਾਂ, ਇੱਥੇ ਦਾ ਢੰਗ ਹੈਗਾ ਆ ਕਿ ਗੱਡੀ ਜਿਹੜੀ ਹੈ ਲੈਫਟ ਸਾਈਡ ਤੇ ਚੱਲਣੀ ਹੈ। ਜੀ। ਜੇ ਮੈਂ ਰਾਈਟ ਸਾਈਡ ਤੇ ਚਲਾਵਾਂਗਾ ਤੇ ਮੇਰਾ ਐਕਸੀਡੈਂਟ ਹੋ ਗਿਆ। ਠੀਕ। ਇੱਥੇ ਦਾ ਢੰਗ ਹੈ ਕਿ ਰੈੱਡ ਲਾਈਟ ਦੇ ਉੱਪਰ ਰੁਕਣਾ ਹੈ, ਜੇ ਮੈਂ ਨਹੀਂ ਰੁਕਾਂਗਾ ਤੇ ਐਕਸੀਡੈਂਟ ਹੋ ਜਾਏਗਾ। ਉਹੀ ਚੀਜ਼ ਇਸ ਹੁਕਮ ਦੀ ਹੈ, ਇਸ ਨਾਮ ਦੀ ਹੈ ਕਿ ਜੇ ਅਸੀਂ ਉਸ ਹੁਕਮ ਨੂੰ ਮੰਨਾਂਗੇ ਤੇ ਅਸੀਂ ਇਹਨਾਂ ਚਿੰਤਾਵਾਂ ਤੋਂ ਔਰ ਇਸ ਐਕਸਪੈਕਟੇਸ਼ਨ ਤੋਂ ਬਚੇ ਰਵਾਂਗੇ। ਜੀ। ਸਾਨੂੰ ਜ਼ਿਆਦਾ ਕਰ ਕੀ ਹੁੰਦਾ ਆ ਕਿ ਨੈਗੇਟਿਵ ਅਸੀਂ ਬੜੀ ਜਲਦੀ ਹੋ ਜਾਂਦੇ ਆ। ਜੀ। ਨਕਾਰਾਤਮਕ ਸੋਚ ਬੜੀ ਜਲਦੀ ਆ ਜਾਂਦੀ ਆ। ਭਾਵੇਂ ਅਸੀਂ ਰੋਜ਼ਾਨਾ ਗੁਰਦੁਆਰੇ ਜਾਂਦੇ ਆ, ਉੱਥੇ ਅਰਦਾਸ ਕਰਦੇ ਆ, ਹਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਪਰ ਚੜ੍ਹਦੀ ਕਲਾ ਜਿਹੜਾ ਕਰਨੇ ਆ ਉਹ ਸਿਰਫ ਇੱਕ ਮੂੰਹ ਤੋਂ ਕਰਨੇ ਆ, ਉਹਨੂੰ ਅਸੀਂ ਕਦੇ ਅਪਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਅਸੀਂ ਉਹਨੂੰ ਅਪਣਾਵਾਂਗੇ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ, ਨੈਗੇਟਿਵ ਦੇ ਵਿੱਚ ਨਹੀਂ ਜਾਣਾ। ਹੁਣ ਮੈਂ ਪਹਿਲਾਂ ਵੀ ਮੈਂ ਦਿੱਤੀ ਸੀ ਇਹ ਐਗਜ਼ਾਮਪਲ ਬਹੁਤ ਪਹਿਲਾਂ ਕਿ ਇੱਕ ਜੰਗਲ ਦੇ ਵਿੱਚ ਹਜ਼ਾਰਾਂ ਲੱਖਾਂ ਪੇੜ ਨੇ। ਜੀ। ਉਹਨਾਂ ਹਜ਼ਾਰਾਂ ਲੱਖਾਂ ਪੇੜਾਂ 'ਚੋਂ ਇੱਕ ਪੇੜ ਹੈਗਾ ਆ, ਉਸ ਇੱਕ ਪੇੜ ਦੇ ਵਿੱਚੋਂ ਹਜ਼ਾਰਾਂ ਲੱਖਾਂ ਮਾਚਿਸ ਦੀਆਂ ਤਿੱਲੀਆਂ ਨਿਕਲਦੀਆਂ ਨੇ। ਪਰ ਉਸ ਇੱਕ ਮਾਚਿਸ ਦੀ ਤਿੱਲੀ ਨੂੰ ਜਦੋਂ ਅੱਗ ਲੱਗਦੀ ਆ ਤਾਂ ਉਸ ਪੂਰੇ ਦੇ ਪੂਰੇ ਜੰਗਲ ਨੂੰ ਖਤਮ ਕਰ ਦਿੰਦੀ ਆ। ਠੀਕ। ਇੱਕ ਨੈਗੇਟਿਵ ਸੋਚ ਅਗਰ ਪੈਦਾ ਹੋ ਗਈ ਤੇ ਉਹਨੇ ਸਾਨੂੰ ਹੀ ਨਹੀਂ, ਸਾਡੇ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਜਿੱਥੇ ਅਸੀਂ ਰਹਿੰਦੇ ਆ ਉਸ ਨੂੰ ਅਫੈਕਟ ਕਰ ਦੇਣਾ ਹੈ। ਬਿਲਕੁਲ। ਔਰ ਕਈ ਵਾਰੀ ਮੇਰੇ ਮਰੀਜ਼ ਇਹ ਕਹਿੰਦੇ ਹੁੰਦੇ ਨੇ ਕਿ ਦਿਮਾਗ ਦੇ ਵਿੱਚ ਨਾ ਇੱਕ ਕੈਸੇਟ ਚੱਲਦੀ ਪਈ ਆ, ਉਹ ਜਦੋਂ ਨੈਗੇਟਿਵ ਕੈਸੇਟ ਚੱਲਦੀ ਆ ਉਹ ਫਿਰ ਇੱਕ ਤੋਂ ਇੱਕ ਵੱਧ ਤੋਂ ਇੱਕ ਨਾਲ ਜੁੜਦੀ ਇਸ ਤਰੀਕੇ ਨਾਲ ਚੱਲ ਜਾਂਦੀ ਆ ਉਹ ਕਿ ਉਹਨੂੰ ਗੁੱਸਾ ਵੀ ਆਉਣ ਲੱਗ ਪੈਂਦਾ ਆ। ਇੰਨਾ ਵੀ ਹੋ ਜਾਂਦਾ ਕਿ ਮੇਰਾ ਹੁਣ ਦੁਨੀਆ ਦੇ ਵਿੱਚ ਕੁਛ ਨਹੀਂ ਹੋ, ਮੈਂ ਕੁਛ ਨਹੀਂ ਕਰ ਸਕਦਾ, ਮੈਂ ਹੁਣ ਇਹਦੇ ਨਾਲ ਸੁਸਾਈਡ ਕਰ ਲਵਾਂ, ਖੁਦਕਸ਼ੀ ਕਰ ਲਵਾਂ। ਇਸ ਕੈਸੇਟ ਨੂੰ ਕਿੱਦਾਂ ਰੋਕਿਆ ਜਾਏ? ਜੀ। ਇਸ ਕੈਸੇਟ ਨੂੰ ਰੋਕਣ ਦੇ ਵਾਸਤੇ ਨਾਨਕ ਨਾਮ ਚੜ੍ਹਦੀ ਕਲਾ ਵੀ ਉਸ ਵਕਤ ਦਿਮਾਗ ਦੇ ਵਿੱਚ ਕੁਝ ਐਸਾ ਚੰਗਾ, ਹੈਪੀ, ਖੁਸ਼ ਵਾਲਾ ਖਿਆਲ ਅਗਰ ਆ ਜਾਵੇ। ਜੀ। ਉਹ ਖਿਆਲ ਕਿਹੜਾ ਹੈਗਾ ਵਾ? ਰੱਬ ਨੇ ਇੰਨੀ ਸੋਹਣੀ ਕੁਦਰਤ ਦਿੱਤੀ ਹੋਈ ਹੈ, ਇੰਨਾ ਕੁਛ ਮੈਨੂੰ ਦਿੱਤਾ ਹੋਇਆ ਵਾ। ਇੱਕ ਵਾਰੀ ਮੈਂ ਪਹਿਲਾਂ ਸੁਣ ਰਿਹਾ ਸੀ, ਬਹੁਤ ਪਹਿਲਾਂ ਦੀ ਗੱਲ ਵਾ, ਕਿ ਇੱਕ ਬੰਦਾ ਆਪਣਾ ਮਸਜਿਦ ਜਾ ਰਿਹਾ ਨਮਾਜ਼ ਪੜ੍ਹਨ ਦੇ ਵਾਸਤੇ। ਜੀ। ਪੈਰੀ ਨੰਗੇ, ਤੇ ਉਹ ਕਹਿੰਦਾ ਕਿ ਅੱਜ ਮੈਂ ਜਾ ਕੇ ਅੱਲਾ ਨੂੰ ਪੁੱਛੂੰਗਾ ਕਿ ਮੈਂ ਰੋਜ਼ਾਨਾ ਤੇਰੇ ਕੋਲ ਤੇਰਾ ਹੋਣਾ, ਮੈਂ ਇੱਥੇ ਡੇਲੀ ਮੈਂ ਨਮਾਜ਼ ਪੜ੍ਹਦਾ ਆ, ਤੂੰ ਮੈਨੂੰ ਕੋਈ ਜੁੱਤੀਆਂ ਨਹੀਂ ਦੇ ਸਕਦਾ, ਇੱਕ ਮੈਂ ਨੰਗੇ ਪੈਰੀ ਹੋਣਾ ਵਾ। ਹੁਣ ਜਦੋਂ ਜਾ ਰਿਹਾ ਵਾ ਤੇ ਉਹਨੇ ਦੇਖਿਆ ਕਿ ਇੱਕ ਬੰਦਾ ਮਸਜਿਦ ਜਾ ਰਿਹਾ ਵਾ ਤੇ ਉਹਦੇ ਪੈਰ ਹੈ ਨਹੀਂ ਤੇ ਉਹ ਹੱਥਾਂ ਦੇ ਨਾਲ ਇਹਦਾ ਜਾ ਰਿਹਾ। ਠੀਕ।
ਉਹਨੂੰ ਦੇਖ ਕੇ ਤਾਂ ਫਿਰ ਕਹਿੰਦਾ ਕਿੰਨੀ ਅੱਲਾ ਥੈਂਕ ਯੂ ਵੈਰੀ ਮਚ, ਘੱਟ ਤੋਂ ਘੱਟ ਮੇਰੇ ਪੈਰ ਤਾਂ ਹੈਗੇ ਨੇ। ਰਾਈਟ, ਸੋ ਸਟੇਟ ਆਫ ਗ੍ਰੈਟੀਟਿਊਡ ਜਿਹੜਾ ਤੁਸੀਂ ਕਹਿ ਰਹੇ ਹੋ, ਸ਼ੁਕਰਾਨੇ ਦਾ ਜਿਹੜਾ ਸ਼ੁਕਰਾਨੇ ਦਾ ਜਿਹੜਾ ਇੱਕ ਆਧਾਰ ਹੈਗਾ। ਹਾਂਜੀ, ਜਿਹੜਾ ਸਾਡਾ ਐਟੀਟਿਊਡ ਵਾ, ਅਸੀਂ ਆਪਣੇ ਐਟੀਟਿਊਡ ਨੂੰ ਬਦਲਣਾ ਹੈ। ਬਿਲਕੁਲ, ਜਦੋਂ ਅਸੀਂ ਆਪਣਾ ਉਹ ਐਟੀਟਿਊਡ ਬਦਲ ਲਿੱਤਾ ਤੇ ਅਸੀਂ ਫਿਰ ਉਸ ਵੇਲੇ ਇਹ ਕਵਾਂਗੇ ਕਿ ਮੈਂ ਇੰਡੀਆ ਦੇ ਵਿੱਚ ਐਦਾਂ ਸੀਗਾ, ਮੈਂ ਹੁਣ ਇੱਥੇ ਆ ਗਿਆ ਵਾਂ, ਘੱਟ ਤੋਂ ਘੱਟ ਮੇਰੇ ਕੋਲ ਇੱਥੇ ਹੁਣ ਮੈਨੂੰ ਪਿਛਲੇ ਦਿਨਾਂ 'ਚ ਇੱਕ ਬੰਦਾ, ਸੰਡੇ ਦੀ ਗੱਲ ਆ, ਕੋਈ ਮੈਨੂੰ ਦੱਸ ਰਿਹਾ ਸੀਗਾ ਕਿ ਇੱਕ ਬੰਦਾ ਘੁੰਮਣ ਵਾਸਤੇ ਇੱਥੇ ਆਇਆ, ਉੱਥੇ ਉਹਨੂੰ ਲੰਗ ਦੀ ਪ੍ਰੋਬਲਮ ਰਹਿੰਦੀ ਸੀਗੀ, ਖਾਂਸੀ ਖਤਮ ਨਹੀਂ ਸੀ ਹੁੰਦੀ ਉਹਦੀ। ਇੱਥੇ 2 ਮਹੀਨੇ ਵਾਸਤੇ ਆਇਆ ਤਾਂ ਕਹਿੰਦਾ ਮੇਰੀ ਖਾਂਸੀ ਖਤਮ ਹੋ ਗਈ, ਕਿਉਂਕਿ এনवायरमेंट ਇੰਨਾ ਵਧੀਆ, ਸਭ ਕੁਝ ਸਾਫ਼ ਸੁਥਰਾ ਹੈਗਾ। ਬਿਲਕੁਲ, ਹਨਾ, ਇਹ ਜਿਹੜੀਆਂ ਚੀਜ਼ਾਂ ਪੋਜ਼ਿਟਿਵ ਦੇਖਣ ਵਾਲੀਆਂ ਹੁੰਦੀਆਂ ਨੇ ਕਿ ਇੱਥੇ ਆ ਕੇ ਸਾਨੂੰ ਪੋਜ਼ਿਟਿਵ ਕਿਹੜੀ ਚੀਜ਼ ਮਿਲੀ ਹੈ। ਠੀਕ, ਔਰ ਬਾਣੀ ਵਿੱਚ ਜਿਸ ਤਰ੍ਹਾਂ ਕਹਿੰਦੀ ਜੀ, ਤੂੰ ਕਾਹੇ ਡੋਲੇ ਪ੍ਰਾਣੀਆਂ ਤੋਂ ਦਰਾਕੀ ਦਾ ਸਿਰਜਣਹਾਰ, ਹਨਾ। ਫਿਰ ਇੱਥੇ ਆ ਕੇ ਸਾਨੂੰ ਹੋਰ ਬਾਕੀ ਇੱਥੇ ਨਾ ਆਮ ਜਿਹੜੀ ਮੈਂ ਗੱਲ ਕਰ ਰਿਹਾ ਕਿ ਕੀ ਪ੍ਰੋਬਲਮ ਹੁੰਦੀ ਆ, ਮੈਂ ਆਸ ਕੀਤੀ ਵੀ ਮੇਰੇ ਮੁੰਡਾ ਪੈਦਾ ਹੋਵੇ, ਵਿਆਹ ਹੋਇਆ ਨਵਾਂ ਆਸ ਕੀਤੀ ਮੇਰੇ ਮੁੰਡਾ ਹੋਵੇ, ਕੁੜੀ ਹੋ ਗਈ, ਚਲੋ ਦੂਜੇ ਵਾਰੀ ਟਰਾਈ ਕਰ ਲੈਂਦੇ ਆ ਜੀ, ਫਿਰ ਕੁੜੀ ਹੋ ਗਈ। ਇਹਦੇ ਨਾਲ ਕੀ ਹੋਇਆ, ਬੰਦੇ ਨੂੰ ਕ੍ਰੋਧ ਆਉਣਾ ਸ਼ੁਰੂ ਹੋ ਗਿਆ, ਗੁੱਸਾ ਆਉਣਾ ਸ਼ੁਰੂ ਹੋ ਗਿਆ। ਅਸੀਂ ਬੜਾ ਸੁਣਦੇ ਆ, ਇੱਥੇ ਰੇਡੀਓ 'ਚ ਵੀ ਆਉਂਦਾ, ਟੀਵੀ 'ਚ ਵੀ ਜੀ, ਕਈ ਵਾਰੀ ਖਬਰਾਂ ਸੁਣਦੇ ਆ ਕਿ ਉਹਨੇ ਆਪਣੇ ਘਰ ਵਾਲੀ ਨੂੰ ਮਾਰਤਾ ਜੀ। ਇੰਡੀਆ ਦੇ ਵਿੱਚ ਵੀ ਕਈ ਵਾਰੀ ਸੁਣਦੇ ਕਿ ਵੀ ਮੁੰਡਾ ਨਹੀਂ ਪੈਦਾ ਕੀਤਾ, ਘਰ ਵਾਲੀ ਨੂੰ ਮਾਰ ਦਿੱਤਾ। ਅਗਰ ਅਸੀਂ ਇਸ ਚੀਜ਼ ਨੂੰ ਸਮਝ ਲਈਏ ਕਿ ਇਹ ਵੀ ਉਹਦਾ ਇੱਕ ਹੁਕਮ ਹੈ, ਰਾਈਟ, ਮੁੰਡਾ ਹੋਇਆ ਕੁੜੀ ਹੋਈ, ਉਹਦੇ ਹੁਕਮ 'ਚ ਹੋ ਰਿਹਾ ਵਾ, ਇਹਦੇ ਵਿੱਚ ਨਾ ਮੇਰਾ ਕੋਈ ਕਸੂਰ ਹੈ, ਨਾ ਮੇਰੇ ਘਰ ਵਾਲੇ ਦਾ ਕਸੂਰ ਹੈ। ਇਹ ਜਿਹੜੀ ਲਾਲਸਾ ਹੈ, ਇਹ ਜਿਹੜੀ ਐਕਸਪੈਕਟੇਸ਼ਨ ਵਾ, ਜੇ ਇਹਨੂੰ ਅਸੀਂ ਉਸ ਹੁਕਮ ਨੂੰ ਮੰਨ ਕੇ ਉਸ ਨੂੰ ਸੁਣੀਏ ਤੇ ਸਾਨੂੰ ਨਿਰਾਸ਼ਾ ਨਹੀਂ ਹੋਏਗੀ। ਚਿੰਤਾ ਸਾਨੂੰ ਬੜੀ ਰਹਿੰਦੀ ਆ, ਹਰ ਚੀਜ਼ ਦੀ ਬਿਨਾਂ ਕਿਸੇ ਗੱਲ ਤੋਂ ਚਿੰਤਾ ਰਹਿੰਦੀ ਹੈ, ਹਨਾ। ਭਾਵੇਂ ਗੁਰਬਾਣੀ ਤੇ ਅਸੀਂ ਪੜ੍ਹਦੇ ਰਹਿੰਦੇ ਆ, ਚਿੰਤਾ ਤਾਂ ਕਿ ਕੀਜੀਏ ਜੋ ਅਨਹੋਣੀ ਹੋਏ, ਹਨਾ। ਚਿੰਤਾ ਫਿਰ ਪੜੀ ਵੀ ਜਾਣਾ ਆ ਤੇ ਉਹਦੇ ਬਾਅਦ ਚਿੰਤਾ ਵੀ ਕਰੀ ਜਾਣੀ ਆ। ਫਿਰ ਕਈ ਵਾਰੀ ਲੋਕੀ ਪੁੱਛਦੇ ਨੇ ਵੀ ਅਨਹੋਣੀ ਫਿਰ ਕੀ ਆ, ਕਿਉਂਕਿ ਚਿੰਤਾ ਕਰਨ ਦੀ ਆਦਤ ਵਾ ਨਾ। ਜੇ ਮੈਂ ਚਿੰਤਾ ਕਰਾਂ ਫਿਰ ਉਹ ਅਨਹੋਣੀ ਦੱਸੋ, ਫਿਰ ਅਨਹੋਣੀ ਕੀ ਹੈ ਤਾਂ ਕਿ ਮੈਂ ਚਿੰਤਾ ਕਰਾਂ, ਉਸ ਚੀਜ਼ ਦੀ ਚਿੰਤਾ ਕਰਾਂ। ਅਨਹੋਣੀ ਤਾਂ ਕੁਝ ਵੀ ਨਹੀਂ ਹੈ, ਸਾਰਾ ਕੁਝ ਹੀ ਹੋਣਾ ਆ। ਮੈਂ ਇੱਥੇ ਆਇਆ ਵਾਂ, ਰਾਤ ਆਉਂਦੇ ਹੁੰਦੇ ਮੇਰਾ ਐਕਸੀਡੈਂਟ ਹੋ ਜਾਂਦਾ, ਉਹ ਵੀ ਹੋਣੀ ਹੈ। ਬੋਲਦੇ ਹੁਣੇ ਅਰਥਕੁਏਕ ਆ ਜਾਏ, ਬਿਲਡਿੰਗ ਡਿੱਗ ਪਵੇ, ਅਸੀਂ ਮਰ ਜਾਈਏ, ਉਹ ਵੀ ਹੋਣੀ ਹੈ। ਹਰ ਚੀਜ਼ ਹੋਣੀ ਹੈ, ਤਾਂ ਉਹਦੀ ਫਿਰ ਚਿੰਤਾ ਕਾਹਤੇ ਕੀਤੀ ਜਾਵੇ। ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਲਵਾਂਗੇ, ਅਗੇਨ ਉਹਦਾ ਹੁਕਮ ਆ ਗਿਆ, ਹਨਾ। ਜਦੋਂ ਇਹ ਸਮਝ ਲਵਾਂਗੇ, ਸਾਡੇ ਮਨ ਨੂੰ ਸੱਟ ਨਹੀਂ ਲੱਗੇਗੀ, ਸਾਨੂੰ ਡਿਪਰੈਸ਼ਨ 'ਚ ਨਹੀਂ ਹੋਵਾਂਗੇ। ਬਜ਼ੁਰਗਾਂ ਦਾ ਹੈਗਾ ਵਾ, ਬੜੀ ਇੱਜ਼ਤ ਹੁੰਦੀ ਸੀ ਇੰਡੀਆ ਦੇ ਵਿੱਚ, ਬੜਾ ਕੁਛ, ਹਨਾ। ਲੋਕਾਂ ਨੇ ਪੈਰੀਂ ਹੱਥ ਲਗਾਉਣਾ, ਪੁੱਛ ਕੇ ਜਾਣਾ ਕਿ ਭਾਈ ਜੀ ਕੀ ਕਰੀਏ ਕੀ ਨਾ ਕਰੀਏ, ਹਨਾ। ਪੈਸੇ ਲੈ ਕੇ ਜਾਣੇ ਉਹਨਾਂ ਦੇ ਕੋਲੋਂ, ਉਹ ਆਪਣੇ ਰਾਜੇ ਹੁੰਦੇ ਸੀ। ਇੱਥੇ ਆ ਕੇ ਉਹ ਕੰਗਾਲ ਹੋ ਗਏ। ਪਰ ਹੁਣ ਸੋਚਣ ਦੀ ਗੱਲ ਇਹ ਹੈ ਕਿ ਉਸ ਵਕਤ ਸਾਡਾ ਰਾਜ ਸੀਗਾ, ਅੱਜ ਬੱਚੇ ਵੱਡੇ ਹੋ ਗਏ ਨੇ, ਅੱਜ ਬੱਚਿਆਂ ਦਾ ਰਾਜ ਹੈ। ਠੀਕ, ਸੋ ਐਡਜਸਟ ਟੂ ਦ ਸਰਕਮਸਟੈਂਸਸ, ਐਟੀਟਿਊਡ ਨੂੰ ਅਗਰ ਬੰਦਾ ਚੇਂਜ ਕਰ ਲਵੇ ਕਿ ਹਰ ਚੀਜ਼ ਜਿਹੜੀ ਆ ਉਹ ਟਾਈਮ ਦੇ ਮੁਤਾਬਕ ਚੇਂਜ ਹੁੰਦੀ ਆ। ਜਿਹੜੀ ਚੀਜ਼ ਚੇਂਜ ਨਹੀਂ ਹੁੰਦੀ, ਹਵਾ ਚੱਲ ਰਹੀ ਹੈ ਬੜੀ ਜ਼ੋਰਾਂ ਦੇ ਨਾਲ, ਜਿਹੜਾ ਪੇੜ ਤਾਂ ਚੇਂਜ ਹੋ ਗਿਆ ਹਵਾ ਦੇ ਨਾਲ, ਉਹ ਬਚ ਗਿਆ, ਜਿਹੜਾ ਨਹੀਂ ਚੇਂਜ ਹੋਇਆ ਉਹ ਟੁੱਟ ਜਾਏਗਾ, ਹਨਾ। ਇਹ ਆਪਣਾ ਐਟੀਟਿਊਡ ਚੇਂਜ ਕਰਨ ਦੀ ਜ਼ਰੂਰਤ ਹੈ, ਜਿਹੜੀ ਕਿ ਅਸੀਂ ਨਹੀਂ ਕਰਦੇ। ਪਰ ਸਾਡੇ ਦਿਮਾਗ 'ਚ ਇਹੀ ਰਹਿੰਦੀ ਹੈ ਕਿ ਨਰ ਚਾਹਤ ਕੁਛ ਔਰੇ ਕੀ ਔਰੇ ਪਈ, ਹਨਾ। ਉਸ ਚੱਕਰ ਦੇ ਵਿੱਚ ਪਏ ਰਹਿੰਦੇ ਨੇ। ਸਾਨੂੰ ਚਾਹੀਦਾ ਕੀ ਹੈ, ਥੋੜ੍ਹੀ ਜਿਹੀ ਸਬਰ ਹੋਵੇ, ਥੋੜ੍ਹਾ ਸੰਤੋਖ ਹੋਵੇ, ਥੋੜ੍ਹੀ ਦਇਆ ਹੋਵੇ। ਦਇਆ ਸਾਡੇ ਮਨ 'ਚ ਤਾਂ ਬਿਲਕੁਲ ਹੈ ਹੀ ਨਹੀਂ, ਹਨਾ। ਅਸੀਂ ਤਾਂ ਇਹ ਸੋਚਦੇ ਰਹਿੰਦੇ ਹਾਂ, ਅੱਛਾ ਉਹਨੇ ਮੇਰੇ ਨਾਲ ਇੱਦਾਂ ਕੀਤਾ ਸੀਗਾ ਜਦੋਂ ਮੈਂ ਇੱਥੇ ਆਇਆ ਵਾਂ, ਅੱਜ ਮੈਂ ਦੇਖਦਾ ਵਾਂ, ਅੱਜ ਮੇਰਾ ਕੁਐਸਚਨ ਇੱਥੇ ਬਣ ਗਿਆ ਵਾ, ਮੈਂ ਦੇਖਦਾ ਕਿ ਉਹਨੇ ਮੇਰੇ ਨਾਲ ਇੱਦਾਂ ਕਿਉਂ ਕੀਤਾ ਸੀਗਾ, ਉਹਦਾ ਹੁਣ ਮੈਂ ਉਹਨੂੰ ਜਵਾਬ ਦੇਣਾ ਆ। ਕ੍ਰੋਧ, ਹਉਮੈ, ਹਨਾ। ਗੁਰੂ ਕੀ ਕਹਿੰਦੇ ਨੇ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਏ ਜਬ ਲਗ ਘਟ ਮੇ ਪ੍ਰਾਣ। ਜਿਹੜਾ ਧੌਲ ਧਰਮ ਦਇਆ ਕਾ ਪੂਤ, ਜਿਹਦੇ ਵਿੱਚ ਦਇਆ ਨਹੀਂ ਹੈ ਉਹਦੇ ਵਿੱਚ ਧਰਮ ਨਹੀਂ ਹੈ। ਜਿਹੜਾ ਧਰਮ ਵਾ ਉਹ ਦਇਆ ਤੋਂ ਪੈਦਾ ਹੋਇਆ ਵਾ, ਜਿਹਦੇ ਦਇਆ ਨਹੀਂ ਹੈ ਉਹ 'ਚ ਧਰਮ ਨਹੀਂ ਹੈ। ਉਹ ਜੋ ਕਹੇ ਕਿ ਮੈਂ ਧਰਮੀ ਆ, ਪਰ ਮੈਂ ਉਹਨੂੰ ਅੱਜ ਦੱਸਦਾ ਵਾਂ, ਤੇ ਉਹਦੇ ਵਿੱਚ ਕੀ ਹੋਰ ਇੱਥੇ ਕੀ ਦੇਖਣ ਨੂੰ ਮਿਲਦਾ ਆ, ਅੱਜ ਕੱਲ੍ਹ ਇੰਡੀਆ 'ਚ ਵੀ ਦੇਖਣ ਨੂੰ ਮਿਲਦਾ ਉਹ ਕਿ ਫਲਾਣੇ ਨੇ ਨਵਾਂ ਮਕਾਨ ਬਣਾ ਲਿਆ, ਉਹਨੇ ਨਵੀਂ ਗੱਡੀ ਲੈ ਲਈ, ਬੜਾ ਸਾੜਾ ਹੋਇਆ। ਇਹ ਇੱਕ ਐਗਜ਼ਾਮਪਲ ਵੀ ਦਿੰਦਾ ਹੁੰਦਾ, ਕਈ ਵਾਰੀ ਗੁਰਦੁਆਰਾ ਸਾਹਿਬ 'ਚ ਮੈਂ ਦਿੱਤੀ ਐਗਜ਼ਾਮਪਲ ਕਿ ਬੰਦਾ ਘਰ ਆਇਆ ਤੇ ਬੜਾ ਖੁਸ਼ ਹੋਇਆ, ਮਿਠਾਈ ਦਾ ਡੱਬਾ ਫੜਿਆ ਹੱਥ ਦੇ ਵਿੱਚ ਤੇ ਮਿਠਾਈ ਘਰ ਵਾਲੀ ਨੂੰ ਦਿੱਤੀ, ਸਭ ਨੇ ਖਾਧੀ।
ਕੀ ਗੱਲ ਅੱਜ ਜੀ? ਮੈਂ ਅੱਜ ਬੜਾ ਖੁਸ਼ ਹਾਂ ਜੀ, ਮੇਰੀ ਅੱਜ ਤਨਖਾਹ ਵੱਧ ਗਈ, $250 ਤਨਖਾਹ ਵੱਧ ਗਈ ਮੇਰੀ ਅੱਜ। ਅਗਲੇ ਦਿਨ ਆਇਆ ਤਾਂ ਮੂੰਹ ਸੜਿਆ ਆਇਆ, ਬੁਰੇ ਹਾਲ ਭੌਂਕੇ ਦਿਹਾੜੇ ਵੀ ਅੱਜ ਕੀ ਹੋਇਆ, ਅੱਜ ਕੀ ਹੋਣਾ ਸੀਗਾ, ਅੱਜ ਫਲਾਣਾ ਸੀ $500 ਤਨਖਾਹ ਵੱਧ ਗਈ। ਚਮਚਾ ਹੈ ਨਾ ਉਹ ਬੌਸ ਦਾ, ਹੈ ਨਾ, ਅੱਜ $500 ਤਨਖਾਹ ਵਧਾਤੀ ਉਹਨੇ। ਹੁਣ ਸਾੜਾ ਇਸ ਚੀਜ਼ ਦਾ ਆ ਕਿ ਮੇਰੀ ਤਨਖਾਹ ਕਿਉਂ ਨਹੀਂ ਵਧੀ ਜ਼ਿਆਦਾ, ਉਹਦੀ ਤਨਖਾਹ ਜ਼ਿਆਦਾ ਕਿਉਂ ਵਧੀ ਹੈ। ਇਹ ਨਹੀਂ ਕਿ ਵੀ ਉਹਦੀ ਤਨਖਾਹ ਵਧੀ ਹੈ, ਨਹੀਂ, ਸਾੜਾ ਇਸ ਚੀਜ਼ ਦਾ ਕਿ ਮੇਰੀ ਕਿਉਂ ਨਹੀਂ ਇੰਨੀ ਵਧੀ। ਹੁਣ ਉਹ ਸਾਡੇ ਦੇ ਵਿੱਚ ਕੀ ਹੋਇਆ, ਬਲੱਡ ਪ੍ਰੈਸ਼ਰ ਆਪਣਾ ਵਧਿਆ, ਹੈ ਨਾ, ਡਿਪਰੈਸ਼ਨ 'ਚ ਖੁਦ ਗਿਆ, ਘਰ ਦੇ ਵਿੱਚ ਐਨਗਜ਼ਾਇਟੀ ਪੈਦਾ ਹੋਈ। ਜਿਹਦੀ ਤਨਖਾਹ ਜ਼ਿਆਦਾ ਵਧੀ ਉਹ ਤਾਂ ਆਪਣੇ ਘਰ ਖੁਸ਼ ਹੋਣਾ, ਹੈ ਨਾ। ਉਹ ਜਿਹੜਾ ਸਾੜਾ ਸਾਡੇ ਵਿੱਚ ਆਉਂਦਾ ਆ, ਉਹ ਸਾੜਾ ਖਤਮ ਨਹੀਂ ਹੁੰਦਾ। ਉਹ ਸਾੜਾ ਜਿਹੜਾ ਵਾ ਉਹ ਸਾਨੂੰ ਡਿਪਰੈਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ, ਸਾਰੀਆਂ ਚੀਜ਼ਾਂ ਸਾਰੀਆਂ ਅਸਾਈ ਹੁੰਦੀਆਂ ਨੇ। ਠੀਕ ਹੈ। ਜੇ ਅਸੀਂ ਆਪਣੀ ਸੁੱਚੀ ਜ਼ਿੰਦਗੀ ਬਤਾਈਏ, ਮੈਂ ਤੁਹਾਡੇ ਨਾਲ ਝੂਠ ਨਾ ਬੋਲਾਂ, ਤੁਹਾਡੇ ਨਾਲ ਮੈਂ ਹੇਰਾਫੇਰੀ ਨਾ ਕਰਾਂ। ਅੱਜ ਮੈਂ ਅਗਰ ਤੁਹਾਡੇ ਨਾਲ ਹੇਰਾਫੇਰੀ ਕੀਤੀ ਆ ਜੀ, ਤੁਹਾਨੂੰ ਮੈਂ ਕੋਈ ਹੇਰਾਫੇਰੀ ਦੀ ਚੀਜ਼ ਵੇਚੀ ਆ, ਮੇਰੇ ਨਾਲ ਕੀ ਹੋਏਗਾ? ਮੈਂ ਹਮੇਸ਼ਾ ਚਿੰਤਾ ਦੇ ਵਿੱਚ ਹਾਂ, ਕਿਤੇ ਅੱਜ ਮੈਂ ਫੜਿਆ ਨਾ ਜਾਵਾਂ, ਕਿਤੇ ਮੈਂ ਕੱਲ ਫੜਿਆ ਨਾ ਜਾਵਾਂ, ਰਾਤੀ ਨੀਂਦ ਨਹੀਂ ਆਉਣੀ। ਉਹ ਇੱਦਾਂ ਦਾ ਪੈਸਾ ਕਮਾ ਕੇ, ਇੱਦਾਂ ਦਾ ਕਿਸੇ ਦੀ ਹੇਰਾਫੇਰੀ ਕਰਕੇ ਜਿਹੜਾ ਪੈਸਾ ਕਮਾਇਆ ਵਾ, ਉਹਦੇ ਨਾਲ ਫਾਇਦਾ ਕੀ ਹੋਇਆ? ਫਾਇਦਾ ਇਹ ਹੋਇਆ ਸਿਰਫ ਕਿ ਰਾਤ ਦੀ ਨੀਂਦ ਚਲੀ ਗਈ, ਡਿਪਰੈਸ਼ਨ 'ਚ ਚਲੇ ਗਏ। ਪਰ ਅਗਰ ਅਸੀਂ ਜ਼ਿੰਦਗੀ ਸੱਚੀ ਸੁੱਚੀ ਬਿਤਾਵਾਂਗੇ ਤੇ ਇਹ ਡਿਪਰੈਸ਼ਨ ਦੇ ਵਿੱਚ ਨਹੀਂ ਜਾਵਾਂਗੇ। ਇਹ ਜਿਹੜੇ ਕੁਝ ਚੀਜ਼ਾਂ ਨੇ ਜਿਨ੍ਹਾਂ ਤੋਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਪਰ ਇੱਕ ਗੱਲ ਮੈਂ ਹੋਰ ਕਲੀਅਰ ਕਰ ਦੇਣੀ ਚਾਹੁੰਦਾ ਹਾਂ ਵੈਸੇ ਕਿ ਜਿੱਥੇ ਦਵਾਈ ਲੈਣੀ ਆ ਉੱਥੇ ਦਵਾਈ ਲੈਣੀ ਹੈਗੀ ਆ ਜ਼ਰੂਰ। ਈਵਨ ਜਿਹੜੀਆਂ ਇਹ ਕੰਡੀਸ਼ਨਾਂ ਹੈਗੀਆਂ ਨੇ ਜਿਨ੍ਹਾਂ 'ਚ ਡਿਪਰੈਸ਼ਨ ਹੁੰਦੀ ਆ, ਇਹਦੇ ਵਿੱਚ ਵੀ ਦਵਾਈ ਲੈਣੀ ਬਹੁਤ ਜ਼ਰੂਰੀ ਹੈ। ਉਹ ਦਵਾਈ ਦੇ ਨਾਲ ਜਿਹੜੀ ਇਹ ਸਾਈਕੋਥੈਰੇਪੀ ਚੱਲਦੀ ਹੈ, ਸਾਈਕੋਥੈਰੇਪੀ ਆਪਣਾ ਗੋਰਿਆਂ ਦੀ ਵੀ ਹੈਗੀ ਆ, ਪਰ ਮੈਂ ਇਹ ਦੇਖਿਆ ਸੀਗਾ ਕਿ ਜਿਹੜੇ ਸਾਡੇ ਬੰਦੇ ਨੇ ਉਹ ਗੋਰਿਆਂ ਦੀ ਸਾਈਕੋਥੈਰੇਪੀ ਲੈਂਦੇ ਨਹੀਂ ਸੀਗੇ। ਉਸ ਵਾਸਤੇ ਉਹਦੇ ਬਾਅਦ ਫਿਰ ਮੈਂ ਇਹ ਸ਼ੁਰੂ ਕੀਤੀ ਕਿ ਗੁਰਬਾਣੀ ਦੇ ਨਾਲ ਅਗਰ ਸਾਈਕੋਥੈਰੇਪੀ ਦਿੱਤੀ ਜਾਵੇ ਤੇ ਉਹਦੇ ਨਾਲ ਇਹ ਐਕਸੈਪਟਡ ਹੁੰਦੀ ਹੈ ਸਾਡੇ ਨਾਲ, ਔਰ ਲੋਕਾਂ ਨੂੰ ਸਮਝ ਆਉਂਦੀ ਤਰੀਕੇ ਦੇ ਨਾਲ। ਪਰ ਜੇ ਕੋਈ ਬੰਦਾ ਇਹ ਕਵੇ ਕਿ ਮੈਂ ਸਿਰਫ ਇਸ ਤਰੀਕੇ ਨਾਲ ਹੀ ਆਪਣਾ ਡਿਪਰੈਸ਼ਨ ਠੀਕ ਕਰ ਲਵਾਂ, ਉਹ ਗੱਲ ਗਲਤ ਹੈ। ਓਕੇ, ਦਵਾਈ ਸੋ ਹੁਣ ਜਿਸ ਤੇ ਦਵਾਈ ਦੀ ਤੁਸੀਂ ਮਹੱਤਤਾ ਦੀ ਗੱਲ ਕਰ ਰਹੇ ਹੋ ਤੇ ਨਾਲ ਡਾਕਟਰ ਸਾਹਿਬ ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਇਹ ਤੁਸੀਂ ਇੱਕ ਇਨੀਸ਼ੀਏਟ ਕੀਤਾ ਸਟੈਪ ਜਿਹਦੇ ਨਾਲ ਕਿ ਮਨੋਬਲ ਲੋਕਾਂ ਦਾ ਉੱਚਾ ਉੱਠੇ। ਹਾਂਜੀ, ਹੁਣ ਇਹ ਗੱਲ ਤੁਹਾਡੇ ਤੋਂ ਮੈਂ ਚਾਹਾਂਗਾ ਐਜ਼ ਅ ਮੈਡੀਕਲ ਡਾਕਟਰ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਉਂਕਿ ਅੱਜ ਇਹ ਵੀ ਚੀਜ਼ ਜਿਹੜੀ ਹੈਗੀ ਹੈ ਆਪਣੇ ਸਮਾਜ ਦੇ ਵਿੱਚ ਅੱਗੇ ਆ ਰਹੀ ਹੈ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਨੂੰ ਪੜ੍ਹਨ ਦੇ ਨਾਲ ਕਿਹਾ ਜਾ ਰਿਹਾ ਹੈ ਤੁਹਾਡੇ ਰੋਗ ਜਿਹੜੇ ਨੇ ਉਹ ਠੀਕ ਹੋ ਜਾਂਦੇ ਹੈਗੇ ਨੇ। ਇਸ ਸੰਬੰਧ ਵਿੱਚ ਤੁਹਾਡਾ ਕੀ ਓਪੀਨੀਅਨ ਹੈਗਾ? ਇਹ ਓਪੀਨੀਅਨ ਮੇਰਾ ਨਹੀਂ ਹੋ, ਗੁਰਬਾਣੀ, ਠੀਕ, ਅਸੀਂ ਗੁਰਬਾਣੀ ਦੀ ਓਪੀਨੀਅਨ ਦੇਖਣੀ ਆ ਕਿ ਗੁਰਬਾਣੀ ਕੀ ਕਹਿੰਦੀ ਹੈ। ਗੁਰਬਾਣੀ ਇਹ ਕਹਿੰਦੀ ਹੈ ਕਿ ਮਨੋਂ ਸ਼ਬਦ ਚੇਤਾ ਨਹੀਂ ਆਵਾ, ਪਰ ਪੜ ਗੱਡੀ ਲੱਦੀ ਹੈ, ਪੜ ਪੜੀਏ ਸਾਧ, ਪੜ ਬੇੜੀ ਪਾਈਏ, ਹੈ ਨਾ। ਪੜਨ ਦੇ ਨਾਲ ਕੋਈ ਫਾਇਦਾ ਨਹੀਂ ਹੈ। ਜਦੋਂ ਗੁਰੂ ਨਾਨਕ ਦੇਵ ਆਏ ਨੇ ਉਸ ਤੋਂ ਪਹਿਲਾਂ ਇਹੀ ਹੁੰਦਾ ਸੀਗਾ ਕਿ ਇਹ ਮੰਤਰ ਪੜ੍ਹ ਲਓ ਤੇ ਇਹ ਹੋ ਜਾਏਗਾ, ਇਹ ਮੰਤਰ ਪੜ੍ਹ ਲਓ ਤੇ ਇਹ ਹੋ ਜਾਏਗਾ। ਉਹਨਾਂ ਨੇ ਆ ਕੇ ਇੱਕ ਨਵਾਂ ਅਸੂਲ ਦਿੱਤਾ ਸਾਨੂੰ, ਇੱਕ ਨਵੀਂ ਫਿਲਾਸਫੀ ਦਿੱਤੀ ਉਹਨਾਂ ਨੇ ਕਿ ਇਹਨਾਂ ਚੀਜ਼ਾਂ ਨੂੰ ਪੜ੍ਹਨ ਦੇ ਨਾਲ ਕੁਝ ਨਹੀਂ, ਆਪਣੀ ਜਿਹੜੀ ਐਟੀਟਿਊਡ ਹੈ ਆਪਣਾ ਜਿਹੜਾ ਉਸ ਦੇ ਵਿੱਚ ਪਰਿਵਰਤਨ ਲੈ ਕੇ ਆਉਣਾ ਵਾ। ਤੁਹਾਨੂੰ ਜੰਗਲਾਂ ਦੇ ਵਿੱਚ ਜਾ ਕੇ ਤੇ ਇਕਾਂਤ ਵਿੱਚ ਬੈਠ ਕੇ ਅੱਲਾ ਅੱਲਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਨਹੀਂ, ਬਲਕਿ ਇਸੇ ਜੀਵਨ ਦੇ ਵਿੱਚ ਇੱਥੇ ਹੀ ਰਹਿ ਕੇ ਆਪਣੇ ਗ੍ਰਸਤੀ ਜੀਵਨ ਵਿੱਚ ਰਹਿ ਕੇ ਆਪਣੇ ਆਪ ਨੂੰ ਚੇਂਜ ਕਰਨਾ ਹੈ। ਅਸੀਂ ਕਈ ਵਾਰੀ ਕਹਿੰਦੇ ਕਿ ਮੈਂ ਦੁਨੀਆ ਨੂੰ ਚੇਂਜ ਕਰਾਂ, ਮੈਂ ਦੁਨੀਆ ਨੂੰ ਚੇਂਜ ਕਰਨ ਵਾਸਤੇ ਤੁਰ ਪਿਆ ਵਾਂ। ਨਹੀਂ, ਦੁਨੀਆ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਦੁਨੀਆ ਨੂੰ ਤਾਂ ਗੁਰੂ ਨਾਨਕ ਵੀ ਚੇਂਜ ਨਹੀਂ ਕਰ ਸਕੇ। ਪੂਰੀ ਦੁਨੀਆ ਨੂੰ ਹਜ਼ਾਰਾਂ ਲੋਕਾਂ ਨੂੰ ਮਿਲੇ ਨੇ, ਉਹ ਸਾਰੇ ਬੰਦੇ ਚੇਂਜ ਨਹੀਂ ਹੋਏ, ਸਾਰੇ ਉਹਨਾਂ ਦੀ ਫਿਲਾਸਫੀ ਦੇ ਨਾਲ ਨਹੀਂ, ਹੈ ਨਾ। ਪਰ ਤੁਸੀਂ ਆਪਣੇ ਆਪ ਨੂੰ, ਜਿਹੜੀ ਉਹਨਾਂ ਦੀ ਫਿਲਾਸਫੀ ਸੀਗੀ, ਉਹਨਾਂ ਨੂੰ ਅਪਣਾ ਕੇ ਅਸੀਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹਾਂ। ਉਹਨਾਂ ਦੀ ਫਿਲਾਸਫੀ ਨੂੰ ਅਪਣਾ ਕੇ ਆਪਣਾ ਐਟੀਟਿਊਡ ਚੇਂਜ ਕਰ ਸਕਦੇ ਹਾਂ। ਜਦੋਂ ਮੈਂ ਆਪਣੇ ਆਪ ਨੂੰ ਚੇਂਜ ਕਰ ਲਿਆ, ਮੈਂ ਖੁਸ਼ ਰਹਿਣਾ ਸ਼ੁਰੂ ਹੋ ਗਿਆ, ਫਿਰ ਮੈਂ ਆਪਣੇ ਜਿਹੜਾ ਫੁੱਲ ਹੈਗਾ ਵਾ ਗੰਦਗੀ ਦੇ ਵਿੱਚ, ਹੈ ਨਾ, ਤੇ ਉਹ ਮੈਂ ਕਮਲ ਦੇ ਫੁੱਲ ਵਾਂਗੂ ਬਿਲਕੁਲ ਰਹਿ ਸਕਦਾ ਹਾਂ। ਬਹੁਤ ਖੂਬ ਜੀ, ਧੰਨਵਾਦ ਤੁਹਾਡਾ ਇੱਥੇ ਆ ਕੇ ਸਾਂਝ ਪਾਉਣ ਲਈ ਕਿ ਕਿਸ ਤਰ੍ਹਾਂ ਗੁਰਬਾਣੀ ਨਾਲ ਆਪਣੇ ਐਟੀਟਿਊਡ ਨੂੰ ਚੇਂਜ ਕਰਕੇ ਤੁਸੀਂ ਆਪਣੇ ਮਨੋਬਲ ਨੂੰ ਮਜ਼ਬੂਤ ਕਰ ਸਕਦੇ ਹੋ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਕਾਲਾ ਸਿੰਘ ਜੀ ਨਾਲ ਅੱਜ ਜਿਹੜੀ ਗੱਲਬਾਤ ਹੋਈ ਉਸ ਵਿੱਚੋਂ ਇੱਕ ਚੀਜ਼ ਬਾਹਰ ਆਉਂਦੀ ਹੈ ਕਿ ਅਸੀਂ ਬਾਣੀ ਨਾਲ ਜੁੜਨਾ ਹੈ।
ਪਰ ਬਾਣੀ ਨੂੰ ਅਸੀਂ ਸਿਰਫ ਮੰਤਰ ਹੀ ਸਮਝ ਕੇ ਇਹ ਨਾ ਸਮਝੀਏ ਕਿ ਇਸ ਨੂੰ ਪੜ੍ਹਨ ਨਾਲ ਰਟਣ ਨਾਲ ਸਾਡੇ ਰੋਗ ਜਿਹੜੇ ਨੇ ਉਹ ਦੂਰ ਹੋ ਜਾਣਗੇ। ਇਹ ਤਾਂ ਤੁਹਾਡੇ ਵਿੱਚ ਇੱਕ ਪਰਿਵਰਤਨ ਲੈ ਆਉਂਦਾ ਹੈ, ਤੁਹਾਡੀ ਸੋਚ ਵਿੱਚ, ਤੁਹਾਡੀ ਸੁਰਤ ਦੇ ਵਿੱਚ। ਸੁਰਤ ਉੱਚੀ ਚੁੱਕਦੀ ਜਾਂਦੀ ਹੈ ਤੇ ਹੌਸਲਾ ਜਿਹੜਾ ਹੈ ਉਹ ਵੱਧ ਜਾਂਦਾ ਹੈ, ਮਨੋਬਲ ਜੋ ਹੈ ਮਜ਼ਬੂਤ ਹੋ ਜਾਂਦਾ ਹੈ ਤੇ ਆਟੋਮੈਟਿਕਲੀ ਫਿਰ ਤੁਸੀਂ ਕਿਸੇ ਚੀਜ਼ ਨੂੰ ਜਦੋਂ ਕੁਝ ਹੁੰਦਾ ਹੈ ਤਾਂ ਤੁਹਾਡਾ ਰਿਐਕਸ਼ਨ ਜੋ ਹੁੰਦਾ ਹੈ ਉਹ ਬਦਲ ਜਾਂਦਾ ਹੈ। ਉਸ ਨਾਲ ਤੁਸੀਂ ਆਪਣੇ ਜੀਵਨ ਨੂੰ ਚੰਗੇ ਤਰੀਕੇ ਨਾਲ ਜੀ ਸਕਦੇ ਹੋ। ਆਸ ਕਰਦਾ ਕਿ ਇਸ ਜੋ ਗੱਲਬਾਤ ਹੋਈ ਪ੍ਰੋਗਰਾਮ ਵਿੱਚੋਂ ਤੁਸੀਂ ਜ਼ਰੂਰ ਕੁਝ ਨਾ ਕੁਝ ਲਾਭ ਲਓਗੇ। ਕੋਈ ਫੀਡਬੈਕ ਹੋਏ, ਕੋਈ ਸਵਾਲ ਹੋਏ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com। ਨਾਲ ਹੀ ਇੱਕ ਬੇਨਤੀ ਕਰਨਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ, ਤੁਹਾਡੇ ਵੱਲੋਂ ਬਹੁਤ ਸਾਰੇ ਫੋਨ ਕਾਲਸ ਆਉਂਦੇ ਨੇ, ਧੰਨਵਾਦੀ ਹਾਂ ਤੁਹਾਡੇ, ਲੇਕਿਨ ਨਾਲ ਬੇਨਤੀ ਹੈ ਕਿ ਇਹ ਪ੍ਰੋਗਰਾਮ ਜੋ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਆ, ਇਹ ਪੇਡ ਪ੍ਰੋਗਰਾਮ ਹੁੰਦਾ, ਅਸੀਂ ਟਾਈਮ ਖਰੀਦ ਕੇ ਤੁਹਾਡੇ ਤੱਕ ਆਉਂਦੇ ਹਾਂ। ਸਾਡੇ ਸਪਾਂਸਰਸ ਦੇ ਐਡਵਰਟਾਈਜ਼ਰਸ ਦੇ ਬਦੌਲਤ ਹੀ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਸੋ ਉਹਨਾਂ ਨੂੰ ਜ਼ਰੂਰ ਸਪੋਰਟ ਕਰੋ, ਇਹੀ ਸਾਡੀ ਸਪੋਰਟ ਹੋਏਗੀ, ਕਿਉਂਕਿ ਜੇਕਰ ਇਹ ਸਪਾਂਸਰਸ਼ਿਪ ਚੱਲਦੀ ਰਹੇਗੀ ਤਦ ਹੀ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਰਹਿਣਗੇ। ਹੋਰ ਕੋਈ ਇਨਫੋਰਮੇਸ਼ਨ ਲੈਣੀ ਹੋਏ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। ਸੋ ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।